ਅਕਾਲ ਪੁਰਖ ਦੀ ਅਗੰਮੀ ਜੋਤ ਨੇ ਭਾਰਤ ਵਰਸ਼ ਦੇ ਇਨਸਾਨੀਅਤ ਦੇ ਭਲੇ ਦੀ ਖਾਤਰ 10 ਜਾਮੇ ਬਦਲੇ ਨੇ। ਚਾਹੇ ਦੁੱਖਾਂ ਦੇ ਬੰਧਨ ਨੇ, ਵਿਕਾਰਾਂ ਦੇ ਬੰਧਨ ਨੇ, ਰੋਗਾਂ ਸੋਗਾਂ ਦੇ ਬੰਧਨ ਨੇ, ਚਾਹੇ ਪ੍ਰਤੱਖ ਦੇਸ਼ ਦੀ ਗੁਲਾਮੀ ਹੈ। ਇੱਕ ਪਰਮਾਤਮਾ ਨਿਜਾਤ ਦਿਵਾਉਣ ਵਾਲਾ ਹੈ ਔਰ ਉਹਦੇ ਸਰਗੁਣ ਸਰੂਪ ਗੁਰੂ ਪਾਤਸ਼ਾਹ ਬੰਦੀ ਛੋੜ ਨੇ ਨਿਜਾਤ ਦਿਵਾਉਣ ਵਾਲੇ ਨੇ। ਬਾਣੀ ਦਾ ਫਰਮਾਨ ਹੈ, ਗਈ ਬਹੋੜ ਬੰਦੀ ਛੋੜ ਨਿਰੰਕਾਰ। ਦੁਖਦਾਰੀ ਪਰਮਾਤਮਾ ਵਿਕਾਰਾਂ ਦੇ, ਮੌਤ ਦੇ, ਜੰਮਣ ਮਰਨ ਦੇ, ਪੈਰੀ ਜੰਜੀਰਾਂ ਦੇ, ਦੁੱਖਾਂ ਰੋਗਾਂ ਸੋਗਾਂ ਦੇ ਬੰਧਨ ਕੱਟਣ ਵਾਲਾ ਹੈ। ਔਰ ਉਹੀ ਪਰਮਾਤਮਾ ਗੁਰੂ ਸਾਹਿਬ ਦੇ ਰੂਪ ਵਿੱਚ ਭਾਰਤ ਦੀ ਰੂਹੇ ਜ਼ਮੀਨ ਤੇ ਪ੍ਰਗਟ ਹੁੰਦੇ ਨੇ। ਛੇਵੇਂ ਜਾਮੇ ਵਿੱਚ 22 ਧਾਰ ਦੇ ਰਾਜਿਆਂ ਦੇ ਜਿਹੜੇ ਵੱਡੇ ਵਡੇਰੇ ਸਨ, ਰਾਜਪੂਤ ਰਾਜੇ, ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਦੇ ਬੰਧਨ ਕੱਟੇ। ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੈ ਉਡੀਣਾ। ਗੁਰੂ ਤੇ ਪਰਮੇਸ਼ਰ ਹੀ ਬੰਧਨ ਕੱਟਣ ਵਾਲੇ ਨੇ ਔਰ ਦੋਨੇ ਇੱਕ ਹੀ ਹਸਤੀ ਨੇ। ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੈ ਸੋ ਪ੍ਰਵਾਨ। ਜੋ ਗੁਰੂ ਪਰਮੇਸ਼ਰ ਨੂੰ ਭਾਉਂਦਾ ਹੈ ਉਹੀ ਹੋਵੇਗਾ। ਹੁਣ ਭਾਰਤ ਵਰਸ਼ ਦੇ ਬੰਧਨ ਕੱਟਣ ਦੇ ਲਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਜ਼ਲੂਮ ਨੂੰ ਗੁਲਾਮੀ ਤੋਂ ਨਿਜਾਤ ਦਿਵਾਉਣ ਲਈ ਇਸ ਭਾਰਤ ਦੀ ਰੂਹੇ ਜ਼ਮੀਨ ਤੇ ਪ੍ਰਗਟ ਹੋਏ ਔਰ ਨਾਲ ਇਹ ਕਿਹਾ ਹੈ ਵੀ ਮੈਂ ਕਿਸ ਕਾਰਨ ਆਇਆ। ਹਮ ਇਹ ਕਾਜ ਜਗਤ ਮੋ ਆਏ, ਧਰਮ ਹੇਤ ਗੁਰਦੇਵ ਪਠਾਏ। ਜਹਾਂ ਤਹਾਂ ਤੁਮ ਧਰਮ ਬਿਥਾਰੋ, ਦੁਸ਼ਟ ਦੋਖੀਨ ਪਕਰ ਪਿਛਾਰੋ। ਯਹੀ ਕਾਜ ਧਰਾ ਹਮ ਜਨਮੰ, ਸਮਝ ਲਿਹੋ ਸਾਧੂ ਸਮ ਮਨਮੰ। ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਕਹਿੰਦੇ ਮੈਂ ਦੁਸ਼ਟਾਂ ਦੇ ਖਾਤਮੇ ਲਈ, ਧਰਮ ਨੂੰ ਚਲਾਉਣ ਦੇ ਲਈ ਦੁਨੀਆ ਤੇ ਪ੍ਰਗਟ ਹੋਇਆ। ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਫਰਮਾਨ ਹੈ ਨਾ, ਸੰਤਾ ਮਾਨੋ ਦੂਤਾਂ ਡਾਨੋ, ਇਹ ਕੁਟਵਾਰੀ ਮੇਰੀ। ਸਤਿਪੁਰਸ਼ਾਂ ਦੀ ਇਹੀ ਡਿਊਟੀ ਹੁੰਦੀ ਹੈ, ਦੁਸ਼ਟਾਂ ਦਾ ਨਾਸ਼ ਕਰਨਾ ਤੇ ਧਰਮ ਦੀ ਸਥਾਪਨਾ ਕਰਨੀ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪ੍ਰਗਟ ਹੋਏ। ਕਿਉਂ ਹੋਲੇ ਮਹੱਲੇ ਦੇ ਸਮਾਗਮ ਦਾ ਆਗਾਜ਼ ਹੋਇਆ? ਕਿਉਂ ਤਲਵਾਰ ਚੁੱਕਣੀ ਪਈ? ਗੁਰੂ ਨਾਨਕ ਦਾ ਘਰ ਫਕੀਰਾਂ ਦਾ ਘਰ ਹੈ, ਪੀਰੀ ਦਾ ਘਰ ਹੈ ਭਗਤੀ ਦਾ। ਜਦੋਂ ਭਗਤੀ ਨੂੰ ਬੁਜ਼ਦਲੀ ਸਮਝ ਲਿਆ ਜਾਵੇ, ਸੰਤ ਦੀ ਨਿਰਮਾਣਤਾ ਨੂੰ ਤਤੀ ਤਵੀ ਤੇ ਬਿਠਾ ਕੇ ਲੂਹ ਦਿੱਤਾ ਜਾਵੇ, ਸੰਤ ਦੀ ਨਿਰਮਾਣਤਾ ਨੂੰ ਚਾਂਦਨੀ ਚੌਂਕ ਬਿਠਾ ਕੇ ਸ਼ਹੀਦ ਕਰ ਦਿੱਤਾ ਜਾਵੇ, ਹਾਲਾਤ ਐਸੇ ਬਣ ਗਏ ਫਿਰ ਤਲਵਾਰ ਚੁੱਕਣੀ ਪਈ। ਮਹਾਰਾਜ ਨੇ ਬਚਿੱਤਰ ਨਾਟਕ ਦੇ ਵਿੱਚ, ਆਪਣੀ ਆਟੋਬਾਇਓਗ੍ਰਾਫੀ ਦੇ ਵਿੱਚ ਆਪਣੀ ਪੁਰਜ਼ੋਰ ਕਲਮ ਨਾਲ ਬਚਨ ਲਿਖੇ ਨੇ। ਤਲਵਾਰ ਚੁੱਕਣ ਦਾ ਕਾਰਨ ਸੀ ਤਿਲਕ ਜੰਜੂ, ਰਾਖਾ ਪ੍ਰਭ ਤਾਂਕਾ ਕੀਨੋ ਵੱਡੋ ਕਲੂ ਮਹਿ ਸਾਕਾ। ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ। ਭਾਰਤ ਵਰਸ਼ ਨੂੰ ਡੁੱਬਦੇ ਜੰਜੂ ਨੂੰ, ਇਨਸਾਨੀਅਤ ਨੂੰ ਬਚਾਉਣ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਸਿਰ ਦੇ ਦਿੱਤਾ। ਬਾਬਰ ਕਿਆਂ ਨਾਲ ਬਾਬੇ ਕਿਆਂ ਦੀ ਟੱਕਰ ਪਹਿਲੇ ਜਾਮੇ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋ ਗਈ ਸੀ। ਪਹਿਲੇ 5 ਜਾਮੇ ਗੁਰੂ ਅਰਜਨ ਸਾਹਿਬ ਤੱਕ ਗਿਆਨ ਦੀ ਖੜਗ ਨਾਲ ਵਿਕਾਰਾਂ ਦਾ ਖਾਤਮਾ ਕਰਦੇ ਰਹੇ। 6ਵੇਂ ਜਾਮੇ ਵਿੱਚ ਪ੍ਰਤੱਖ ਲੋਹੇ ਦੀ ਖੜਗ ਲੈ ਕੇ 4 ਜੰਗਾਂ ਗੁਰੂ ਹਰਗੋਬਿੰਦ ਸਾਹਿਬ ਨੇ ਸ਼ਾਹਜਹਾਨ ਦੀਆਂ ਫੌਜਾਂ ਭਾਰਤ ਵਰਸ਼ ਦੇ ਹੁਕਮਰਾਨ ਕੋਲੋਂ ਜਿੱਤੀਆਂ। 9ਵੇਂ ਪਾਤਸ਼ਾਹ ਸ਼ਹੀਦ ਹੋਏ ਤੇ 10ਮ ਪਾਤਸ਼ਾਹ ਕਹਿੰਦੇ ਮੈਂ ਖਾਮਖਾ ਜੰਗ ਨਹੀਂ ਸੀ ਲੜਨੀ ਚਾਹੁੰਦਾ। ਹਕੀਮ
ਅੱਲਾ ਯਾਰ ਖਾਂ ਨੇ ਇਹ ਬਚਨ ਲਿਖਿਆ, ਕਹਿੰਦੇ ਕਲਗੀਧਰ ਕਿਆ ਕਰਦੇ ਸਨ, ਬੇਵਜ੍ਹਾ ਹਮ ਤੋਂ ਖੁਦ ਨਹੀਂ ਚਾਹਤੇ ਕਿ ਜੰਗ ਹੋ। ਪਰਸ਼ੀਅਨ ਵਿੱਚ ਲਿਖਦਾ ਹੈ, ਬੇਵਜ੍ਹਾ हम तो खुद नहीं चाहते कि जंग हो, लड़ेंगे उससे लड़ने की जिसे उमंग हो, ठोकर से फेंक देंगे जो रास्ते में संग हो, सर उसका काट लेंगे कहा जिसने तंग हो, खुरेंजी वरना खल्क की कब हमको भाती है, शेरों की फौज कह दे तू कासिद जाती है। आखण लगे मैं तलवार चुकनी नहीं सी चाहुंदा, मेरा फलसफा ते यही सी जिवें दसम बाणी दे बोल ने, देश और ना भेस जाकर रूप रेख ना राग, जतर ततर दिशा विसा होए फैलियो अनुराग। कहंदे सारी दुनिया दे विच प्रेम फैलिया है, मैं सब नाल प्रेम करदा, मेरा फलसफा ये है जो सरणे आवे ते सकंठ लावे, जेड़ा प्रेम नाल झुक के आवे गले नाल लाउना है, ते जेड़ा चढ़ के आवे तलवार लैके आवे कहंदे ओदा खुरा खोज मिटा दिना है। गुरु गोबिंद सिंह दे पाक बोल ने कि साहिब शौरस्त, फारसी विच लिखदे ने पातशाह कि साहिब शौरस्त आजिज निवाज गरीबुल परस्तो गनीमुल गुदाज। गरीबां नूं पालना ते गनीमां नूं हंकारियां नूं गाल के सुट देना, ये मेरा सुभाव है। फलसफा ते यही सी भी हर दिशा दे विच प्रेम है, सब रब दा रूप ने, हर जरे विच खुदा वसदा है। पर जदों सामने कोई मजबूर करे, निर्माणता नूं तती तवी ते बिठावे, चांदनी चौंक बिठा के शहीद करे, अगर तुसीं तलवार नहीं उठाओगे ते लोग आखणगे ये बुज़दिल ने। संत दी निर्माणता नूं बुज़दिली समझ लैणगे। निमरता किसे हद तक ठीक है, गऊ वर्गी रख, पर इन्ना भी निमरतावान ना हो जाई गऊ वांगू संगल फै जावे। शेर वर्गा साहस भी रखना जरूरी है, शेरां दे गल संगल नहीं पैंदे। गुरु गोबिंद सिंह पातशाह फलसफा प्रेम दा रखदे ने। जे कोई आखे भी जे प्रेम दा फलसफा सी ते 14 जंगां औरंगजेब कोलों जित्तियां ने, लड़े क्यों? देखो कदे भी कलगीधर महाराज ने 14 जंगां दरमियान पहला वार नहीं कीता दुश्मन ते। मैं एक जंग दा जिक्र करा, कलगीधर पातशाह भारत वर्ष दी रूहे जमीन दे उत्ते पौंटा साहिब दी पाक धरती दे उत्ते दसम बाणी उचारदे ने, ते कई बार ਸਿੰਘਾਂ ਨੂੰ ਲੈ ਕੇ शिकार ਨੂੰ ਚੜ੍ਹਦੇ ਨੇ। देखो ये फर्क है, तू शिकार खेडे, तू जीव हत्या करें, तेरे लिए गुनाह बन गया। गुरु गोबिंद सिंह दे मुबारक हस्त कमल जदों तीर कढ के शेर दी छाती विन लैंदे ने, ते बाणी कहंदी है गुरु निजात बख्शदा है, गुरु दे हथों मरन वाला सीधा मुक्ति हासिल करदा है। ये मुक्ति गुरु ही दे सकदा, तुहाडे मेरे वर्गे नहीं। भाई रे क्यों महाराज बाणी विच समझाउंदे ने, संत जना की रेण संत सदा गुर पाईਐ मुक्त पदारथ भेण। गुरु ही मुक्ति दाता है, वही निजात बख्शण वाला है, दूसरा कोई नहीं। हुण महाराज जंगलां दे विच ने, 22 धार दे राजियां चों एक राजा हरीचंद हंडूरिया। ध्यान दिओ, कलगीधर तलवार शौक नाल नहीं चुक रहे, कदे जंग विच पहल नहीं करते। हरीचंद ने घेरा पा लिया, 80,000 फौज है। ये जंग बचित्र नाटक विच कलगीधर महाराज ने भी लिखी है। अपनी ऑटोबायोग्राफी विच लिखदे ने, घेरा पै गया, कोई 50 सिंह ने कलगीधर दे कोल ते घेरा 80,000 दा। अगर महाराज निरे लड़ाके हुंदे, फकीरी दा पक्ष ना हुंदा,
मैदाने जंग विच हरी चंद ने एक बात आखी जिहदा जवाब फकीरां वांगू कलगीधर ने दिता सी, लड़ाकियां वांगू नहीं। हरी चंद कहंदा कलगीधर सुनिया है तुहाडे तीर दा निशाना कदे खुंजदा नहीं है, और यह भी सुनिया है कोई इदां दी ढाल नहीं बनी जिहड़ी तेरे तीर दी धार तो बच सके। आ जेड़ा तेरा नीला घोड़ा है बड़ियां बड़ियां चट्टानां नूं मलिया मेट कर दिंदा है, बड़े पहाड़ तो लंघे होणगे, पर अज 22 धार दे राजपूत राजियां चों सब तो गांढीव सूरमा हरी चंद हंडूरिया तेरे सामने है। इस पहाड़ नूं अज तक कोई लंघ नहीं सकिया, ते जे ਸਿੰਘਾਂ दे नाल ही मरना है तां दस दिओ, ते जे फैसला अपने दोहां दे दरमियान तीर अंदाजी नाल हो जावे ते ये ठीक है, गैरां दे पुत मरनों बच सकदे ने। ये 80,000 दे घेरे नूं तुहाडा घोड़ा सर नहीं कर सकदा, इत्थों दौड़ नहीं सकदे तुसीं। हाँ, तुहाडी उम्र हजे बालकां वाली है, जवानी विच हजे कदम रख रहे हो। जाओ इस मैदाने जंग दे विच पहला वार कर लवो, वैसे दुश्मन कदे ये आग्या नहीं दिंदा। जाओ तुहानू इन्नी क छूट दे दित्ती, उम्र हौली है, तुसी पहला वार कर लो, क्योंकि मेरे वार तो बाद तुसी वार करन दे काबिल नहीं रहना। ते गुरु गोबिंद सिंह कहंदे हरी चंद तू कौन है? कहंदा मैं सूरबीर। ते महाराज कहंदे मैं सूरबीर नालों पहला फकीर हाँ, ते फकीर निर्माणता विच समुंदर न्याई शांत रहिंदे ने, कदे पहल नहीं करदे। तू की याद करेंगा, फकीर फकीरी विच डुब्बा है, जा पहला वार हरी चंदा तू कर लै। जे लड़ाके हुंदे ते पहला वार करदे नहीं। ये फकीरां दा घर है, गुरु नानक दा घर, पहला पीरी है फिर मीरी दी गल है। पहला हरमंदर साहिब है, चरना वाले पासे अकाल तख्त साहिब है, पहला भगती दा केंद्र है फिर शक्ति दा केंद्र है। हरी चंद मुस्कुराया, कहंदा गुरु अनजान है, इनू नहीं पता इस राजपूत दे तीर दी धार नूं कोई रोक नहीं सकदा। महाराज कहंदे गुस्से च आया, भट्ठे चों कढ के तीर मैं संखेप विच ही जिक्र करांगा, यह लम्मा इतिहास है। फिर होले महल्ले बाबत आपां एक गज़ल भी सरवण कराउणी है तुहानू, जो गुरु गोबिंद सिंह दे सामने बह के इन्हां दिनां दे विच भाई नंद लाल ने लिखी सी भी उत्थे होया की है नंदा दी पुरी विच। महाराज ने शस्त्र चुक्या हरी चंद दे वार तो बचण दे लई ढाला लै लिया। हरी चंद ने तीर कढ़िया, गुस्से विच आके हरी चंद कोपे कमानंग संभारंग, प्रथम बाजियंग बाण ताणंग प्रहारंग। पत्थे चो तीर कढ़ के तंद ते चाड़ के कन ताईं खिच के कलगीधर बापू दी छाती दा निशाना लैके छड्ड दिता है। घोड़ा चंचल है, अड्डी लाई, कलगीधर महाराज ने घोड़े ने हिल-जुल कीती है। ये जेड़ा पहला तीर है ए गुरु पातशाह दे वल नूं वधिया है, गुरु दी छाती वेखदा है, कदे घोड़े वल तकदा है। तीर दिता छड्ड, घोड़ा चंचल कीता, पातशाह ने अड्डी लाई ते वार खाली चलिया गया। हरी चंद दा दंदियां उंगलां ते वड्डे भी इस राजपूत दा वार अज तक खाली नहीं गया। हुण रंग फिक्का पै गया भी हुण कलगीधर दी वारी है, युद्ध नीति अनुसार वार ये करनगे। ते जदों रंग फिक्का पै गया, गुरु गोबिंद दी एक बुलंद हस्ती दा गुण ये भी है। तुहाडे मन च की है मैं नहीं जानदा, मेरे अंदर की है तुसी नहीं जानदे, पर बाणी कहंदी है बिन बोलिया सब किश जानदा। खुद खुदा गुरु गोबिंद सिंह सब जानदे ने। कहंदे हरी चंदा काम उठिया है, चल अगे तेरा वार खाली नहीं सी जांदा, जे तेरा भुलेखा निकल गया भी इत्थे ऐसे सूरबीर ने जेड़ा तेरा वार भी जर लैंदे ने। मैं फकीर हाँ,
फकीर पहल नहीं करता, तैनू वार करन दा मौका दिता सी, जा। ये फकीर हजे भी निर्माणता विच है। इस रूहे जमीन ते किसे भी सूरबीर ने अपने सन्मुख खलोते वैरी नू दूजा वार करन दा मौका पहला नहीं दिता। तू की याद करेगा हरी चंदा, दूजा वार भी कलगीधर ते कर लै। ये कोई सूरमा होया रूहे जमीन ते गुरु गोबिंद सिंह, दूजा नहीं पैदा होया। हरी चंद खेड़े विच आ गया, कहंदा ए बाबा भोला ते है, सियासी पक्ष तो भी इनू कोई समझ नहीं है, ए युद्ध नीति बाबत जानदा कुछ नहीं है, अनजान है। एडी वड्डी गलती मैदाने जंग विच दूजा वार करन दा मौका दुश्मन नू। हरी चंद ने भत्थे जो तीर कढ़िया, ओ अरबी ते फारसी दी परजोर कलम चलाउण वाले कलगीधर लिखदे ने, दुतिया ताक कै तीर मोको चलायं और रखियो दैव मैं कान श्वै के सिधायं। कहंदे दूजा तीर उन्ने मेरे वल तक के छड़ दिता। अकाल पुरख दी ऐसी किरपा हुई, घोड़े नू फिर चंचल कीता। ਜਿਹੜਾ तीर छाती नू मस्तक नू विन्हण लई वधिया सी, ਉਹ ਕੰਨ ਦੇ ਨਾਲ ਥੋੜਾ ਜਿਹਾ ਖਹਿ ਕੇ ਲੰਘ ਗਿਆ। ਅੱਛਾ, ਰੰਚਕ ਮਾਤਰ ਵੀ ਇਹ ਨਹੀਂ ਕਿਹਾ ਵੀ ਮੈਂ ਆਪਣੀ ਤਾਕਤ ਨਾਲ ਬਚਿਆ, ਕਹਿੰਦੇ ਮੇਰੇ ਨਿਰਗੁਣ ਸਰੂਪ ਅਕਾਲ ਪੁਰਖ ਨੇ ਰੱਖਿਆ ਮੈਨੂੰ। ਰੱਖਿਓ ਦੈਵ ਮੈਂ, ਰੱਖਿਆ ਦਿੱਤੀ ਮੈਨੂੰ ਉਸ ਖੁਦਾ ਨੇ। ਕਾਨ ਸ਼ਵੈ ਕੇ ਸਿਧਾਇੰ। ਹਰੀ ਚੰਦ ਨੇ ਵੇਖਿਆ ਦੂਜਾ ਵਾਰ ਵੀ ਵਿਅਰਥ ਚਲਿਆ ਗਿਆ। कहंदा महाराज वारी तुहाडी है, क्यों लोड़ पई होले महल्ले दी, क्यों शस्त्रधारी खालसा साजना है? क्योंकि इहो जे बाई धार दे राजे, इहो जे औरंगजेब वर्गे राजे हर कदम ते कंडे विछाउंदे सी खालसे लई। इट दा जवाब पत्थर लई देना, ये गुरु पातशाह ने खालसे दे अंदर स्पिरिट भरी सी। महाराज कलगीधर आखण लगे, जदों हरी चंद कहंदा वार तुसी कर लो, महाराज कहंदे हरी चंदा ये गुरु नानक दा घर है। अज तक कोई सूरमा ऐसा नहीं होया जिन्हें दुश्मन नू लगातार तीजा वार करन दा मौका दिता होवे। मेरी फकीरी ने हजे जवाब नहीं दिता। मैं हजे भी शांत रस विच है, हजे भी प्रेम रस विच है। ये ठीक है, समुंदर शांत रहिंदा है ज्यादातर, निक्के मोटे नदियां नाले अपने वर्गे गल गल ते उछलदे ने, गुरु शांत रहिंदा है। ते जिस दिन समुंदर उछलदा है तसामी आउंदी है, फिर खुरा खोज मिटा दिंदी है। कहंदे जा तीजा वार कर। हरी चंद ने भत्थे चों तीर कढ़िया, कहंदा दो वार व्यर्थ गए, हुण नहीं छड्डांगा इसनूं। कलगीधर आखण लगे, तृतीय बाण मारियो सो पेटी मझारं। तृतीय बाण, तीसरा बाण, तृतीय बाण मारियो सो पेटी मझारं। विद्यं चिलतकं द्वाल पारं पधारं। वो तीजा वार उसने पेट दी सेध लैके छड्डिया भी जे हवा नाल रंचक मात्र उत्ते थले होवेगा, जां छाती च वजेगा, जां पेट च वजेगा, जां मस्तक वाल नूं जावेगा। कहंदे निशान ची बड़ा सी। महाराज कहंदे तीर आके मेरे पेट ते लगा है, ते जदों पेट ते तीर लगा ना, पेटी कमर कसे नूं किहा है, विद्यं विन गया, चिलतकं रेशमी कपड़ा जो कमर कसे दा वलेटिया सी ओनू विन गया। द्वाल पारंग पधारंग, ते जेड़ी थल्ले रेशमी कपड़े दे चमड़े दी पेटी सी ना शस्त्र टंगण वाली, कहंदे ओनू भी विन गया। महाराज कोई जख्म होया, ये खुद खुदा नाल जंग एक मामूली इंसान लड़ रहा है। रब दे सावें 10 लाख भी आवे ते तितरा वांगू उड़ाए ने उसने चमकौर दी गड़ी विच। ये सिख इतिहास तो नहीं पुछया मैं, ये 5 वक्त दे नमाजी अल्लाह यार खां कोलों पुछ। उन्हें कलम चुक के लिखिया, जिस रन में लड़ा, पर्शियन विच लिखदा, जिस रन में लड़ा बे सरो सामान लड़ा तू, 100 सिंह लिए लाखों पे जा के पड़ा तू। कहंदे ओ खुदाया है, बंदा नहीं ओदे अगे टिक सकदा।
ਭਾਰਤ ਵਰਸ਼ ਦਾ ਬਾਦਸ਼ਾਹ 14 ਜੰਗਾਂ ਔਰੰਗਜ਼ੇਬ ਹਾਰਦਾ ਹੀ ਤਾਂ ਹੈ ਕਿਉਂਕਿ ਟੱਕਰ ਰੱਬ ਨਾਲ ਲੈ ਬੈਠਾ ਹੈ। ਮੁੱਠੀ ਪਰ ਸਿੰਘ ਲੈ ਕੇ ਲੱਖਾਂ ਨੂੰ ਢਾ ਲੈਂਦਾ ਹੈ। ਤੀਜਾ ਵਾਰ ਲੱਗਿਆ, ਵਰਜ ਵਰਗਾ ਸਰੀਰ ਹੈ, ਢਿੱਡ ਨੂੰ ਜਾ ਕੇ ਜਦੋਂ ਛੂਹਿਆ ਕੀ ਉਹਨੇ ਚੀਰਿਆ ਹੈ ਪੇਟ ਨੂੰ। ਮਹਾਰਾਜ ਕਹਿੰਦੇ ਇਦਾਂ ਦਾ ਕੋਈ ਤੀਰ ਨਹੀਂ ਬਣਿਆ ਜਿਹੜਾ ਗੁਰੂ ਗੋਬਿੰਦ ਨੂੰ ਚੀਰ ਸਕੇ। ਇਹ ਤੇ ਉਹਦੀ ਮਰਜ਼ੀ ਹੈ। ਇਹ ਮੁਕਤ ਰੂਹਾਂ ਨੇ, ਆਪ ਮੁਕਤ ਕਰੈ ਸੰਸਾਰ। ਮਰਜ਼ੀ ਨਾਲ ਆਉਂਦੇ ਨੇ, ਆਪ ਹੀ ਮਰਜ਼ੀ ਨਾਲ ਖੰਜਰ ਦੀ ਚੋਟ ਸਹਿ ਕੇ ਦੁਨੀਆ ਤੋਂ ਚਲਿਆ ਜਾਂਦਾ ਹੈ। ਨਹੀਂ ਤੇ ਕੋਈ ਸ਼ਸਤਰ ਬਣਿਆ ਹੀ ਨਹੀਂ ਜਿਹੜਾ 14 ਜੰਗਾਂ ਚ ਉਸ ਨੂੰ ਕੱਟ ਸਕੇ। ਕਲਗੀਧਰ ਆਖਣ ਲੱਗੇ, ਚੋਬੀ ਚਿੰਚ ਚਰਮੰ ਕਛੂ ਘਾਏ ਨਾ ਆਯੰ ਕਲੰ ਕੇਵਲੰ ਜਾਨ ਦਾਸੰ ਬਚਾਯੰ। In his autobiography, he writes, ਬਚਿੱਤਰ ਨਾਟਕ ਵਿੱਚ ਉਹ ਲਿਖਦੇ ਨੇ, ਉਹ ਕਹਿੰਦੇ ਥੋੜੀ ਜੀ ਚੁੰਝ ਢਿੱਡ ਨੂੰ ਖੁਬੀ, ਕਲੰ ਉਸ ਕਾਲ ਨੇ, ਕਲੰ ਕੇਵਲੰ ਜਾਨ ਦਾਸੰ ਬਚਾਏਂਗੇ, ਉਸ ਕਾਲ ਨੇ, ਖੁਦਾ ਨੇ ਮੈਨੂੰ ਫਿਰ ਰੱਖ ਲਿਆ। ਜਦੋਂ 3 ਵਾਰ ਵਿਅਰਥ ਚਲੇ ਗਏ, ਕਹਿੰਦੇ ਹਰੀ ਚੰਦਾ ਹੁਣ ਮੈਂ ਫਕੀਰੀ ਦਾ ਪੱਖ ਛੱਡ ਕੇ ਮੀਰੀ ਦੇ ਪੱਖ ਵਿੱਚ ਆਉਣ ਲੱਗਾ। ਹੁਣ ਸਮੁੰਦਰ ਵਿੱਚ ਤੁਸਾਮੀ ਆਉਣ ਲੱਗੀ ਹੈ। ਆਪਣੇ ਮਹਾਕਾਲ ਨੂੰ ਯਾਦ ਕਰ, ਆਪਣੇ ਮਹਾਦੇਵ ਇਸ਼ਟ ਨੂੰ ਯਾਦ ਕਰ, ਉਸ ਕਾਲ ਨੂੰ ਵੀ ਯਾਦ ਕਰ ਲਵੇਂ। ਅੱਜ ਖੁਦ ਖੁਦਾ ਗੁਰੂ ਗੋਬਿੰਦ ਦੀ ਤੀਰ ਦੀ ਧਾਰ ਨੂੰ ਤੂੰ ਰੋਕ ਨਹੀਂ ਸਕੇਗਾ। ਆਪਣੀ ਵਲੈਤੀ ਦੀ ਢਾਲ ਕੱਢ, ਇਹ 80,000 ਸੂਰਮੇ ਦੀ ਕਤਾਰ ਦੇ ਓਲੇ ਵੀ ਲੁਕ ਜਾ। ਤੇਰੇ 3 ਵਾਰ ਵਿਅਰਥ ਗਏ, ਗੁਜਰੀ ਦੇ ਲਾਲ ਦਾ 1 ਵਾਰ ਵੀ ਖਾਲੀ ਨਹੀਂ ਜਾਂਦਾ। ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਕਰੰਗ ਲੈ ਕਮਾਣੰ ਹਨੰਗ ਬਾਣ ਤਾਨੰ। ਕਹਿੰਦੇ ਫਿਰ ਵੀਰ ਰਸ ਵਿੱਚ ਆ ਕੇ ਪੱਥੇ ਚੋਂ ਮੈਂ ਤੀਰ ਕੱਢ ਕੇ, ਜਦੋਂ ਖਪਰਾ ਤੀਰ ਤੰਦ ਤੇ ਚਾੜਿਆ ਹੈ, ਤਲਵਾਰ ਕਿਉਂ ਚੁੱਕੀ, ਬਲਾ ਚਾਰਗੀ ਧਰਮਿਆ ਆਮਦਮ। ਫਾਰਸੀ ਦੇ ਬੋਲ ਨੇ, ਬਲਾ ਚਾਰਗੀ ਧਰਮਿਆ ਆਮਦਮ, ਬਾ ਤਦਬੀਰ ਤੀਰੋ ਤੁਫੰਗ ਆਮਦਮ। ਚੁੰਕਾਰਸ ਹਮਾ ਹੀਲ ਤੇ ਦਰਗੁਜਸ਼ਤ, ਹਲਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ। ਕਹਿੰਦੇ ਜਦੋਂ ਪ੍ਰੇਮ ਦੀ ਭਾਸ਼ਾ ਨਾ ਕੋਈ ਸਮਝ ਸਕੇ, ਫਿਰ ਤਲਵਾਰ ਦੇ ਮੁੱਠੇ ਤੇ ਹੱਥ ਪਾਉਣਾ ਹੀ ਸੂਰਮੇ ਦਾ ਕਰਮ ਹੈ। ਫਿਰ ਤੀਰ ਕੱਢਿਆ ਪੱਥੇ ਚੋਂ, ਕਹਿੰਦੇ ਕੰਨ ਤੱਕ ਖਿੱਚਿਆ ਮੈਂ, ਕਰੰਗ ਲੈ ਕਮਾਣੰ ਹਨੰਗ ਬਾਣ ਤਾਨੰਗ। ਭਾਰਾ ਜਿਹਾ ਕਮਾਨ ਲੈ ਕੇ ਮੈਂ ਕਹਿੰਦੇ ਕੰਨ ਤੱਕ ਖਿੱਚ ਕੇ ਛੱਡਿਆ। ਉਹਨੇ ਵਲੈਤੀ ਦੀ ਢਾਲ ਕੀਤੀ ਅੱਗੇ, ਜਦੋਂ ਢਾਲੇ ਨੂੰ ਜਾ ਕੇ ਟਕਰਾਇਆ, ਢਾਲੇ ਨੂੰ ਚੀਰ ਕੇ ਹਰੀ ਚੰਦ ਦੀ ਖੋਪੜੀ ਏਦਾਂ ਚੀਰ ਦਿੱਤੀ ਜਿੱਦਾਂ ਮੱਖਣ ਨੂੰ ਛੁਰੀ ਚੀਰਦੀ ਹੈ। ਮਿੱਟੀ ਦਾ ਢੇਰ ਬਣ ਕੇ ਮਿੱਟੀ ਵਿੱਚ ਮਿਲਾ ਦਿੱਤਾ ਹਰੀ ਚੰਦ ਨੂੰ। ਇਹ ਗੁਰੂ ਗੋਬਿੰਦ ਦੀ ਬਰਕਤ ਹੈ। ਕੋਈ ਰਾਜਪੂਤ ਹੈ, ਕੋਈ ਮੁਗਲ ਹੈ, ਇਸ ਰੂਹੇ ਜ਼ਮੀਨ ਨੇ ਉਹ ਮਰਦ ਨਹੀਂ ਜੰਮਿਆ ਜਿਹੜਾ ਗੁਰੂ ਗੋਬਿੰਦ ਦੇ ਤੀਰ ਨੂੰ ਰੋਕਣ ਵਾਲਾ ਪੈਦਾ ਹੋਇਆ ਹੋਵੇ। ਮਿੱਟੀ ਵਿੱਚ ਮਿਲਾ ਦਿੱਤਾ 22 ਧਾਰੀਆਂ ਦਾ ਇੱਕ ਰਾਜਾ ਹਰੀ ਚੰਦ ਹੰਡੂਰੀਆ। ਭਾਵ ਇਹ ਹੈ ਵੀ ਗੁਰੂ ਗੋਬਿੰਦ ਸਿੰਘ ਏਡੇ ਪ੍ਰੇਮ ਰਸੀ ਨੇ 3 ਵਾਰ ਦੁਸ਼ਮਣ ਨੂੰ ਕਰਨ ਦਿੱਤੇ ਵੀ ਸ਼ਾਇਦ ਜੰਗ ਟਲ ਜਾਵੇ। ਸਿੱਖ ਕਦੇ ਵੀ ਪਹਿਲ ਨਹੀਂ ਕਰਦਾ। 4 ਜੰਗਾਂ ਗੁਰੂ ਹਰਗੋਬਿੰਦ, 14 ਜੰਗਾਂ ਕਲਗੀਧਰ, ਕਦੇ ਪਹਿਲ ਨਹੀਂ ਕੀਤੀ। ਚਾਹੇ 1984 ਦੇ ਵਿੱਚ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ, ਸਿੰਘਾਂ ਪਹਿਲ ਨਹੀਂ ਕੀਤੀ, ਗੋਲੇ ਬਾਹਰੋਂ ਵਰਸੇ ਨੇ, ਫਿਰ ਅੰਦਰੋਂ ਗੋਲੀਆਂ ਦੀ ਬੌਛਾਰ ਕੀਤੀ ਹੈ ਖਾਲਸੇ ਨੂੰ। ਇਹ ਸਾਡਾ ਫਲਸਫਾ ਹੈ। ਉਹ ਕੀ ਹੈ? ਬਲਾਚਾਰਗੀ, ਲਾਚਾਰ ਹੋ ਕੇ ਬਲਾਚਾਰਗੀ ਧਰਮਿਆ ਆਮਦਮ, ਬਾ ਤਦਬੀਰ ਤੀਰੋ ਤੁਫੰਗ ਆਮਦਮ। ਲਾਚਾਰ ਹੋ ਕੇ ਸਿੰਘ ਗੋਲੀਆਂ ਸ਼ਸਤਰ ਚਲਾਉਂਦੇ ਨੇ। ਹੁਣ ਮਹਾਰਾਜ ਨੇ ਵੇਖਿਆ ਇਹ ਪ੍ਰੇਮ ਨੂੰ, ਨਿਮਰਤਾ ਨੂੰ ਨਹੀਂ ਸਮਝਦੇ। ਇਹ ਜਗ੍ਹਾ ਜਗ੍ਹਾ ਦੇ ਉੱਤੇ ਸਾਨੂੰ ਘੇਰਾ ਪਾ ਲੈਂਦੇ ਨੇ। ਗੁਰੂ ਅੱਗੇ ਟਿਕ ਕੋਈ ਸਕਦਾ ਨਹੀਂ, ਸਭ ਤੇ ਵੱਡ ਸਮਰੱਥ ਗੁਰਦੇਵ। ਗੁਰੂ ਇਜ਼ ਆਲ ਪਾਵਰਫੁਲ, ਕੋਈ ਗੁਰੂ ਨਾਲੋਂ ਵੱਡਾ ਨਹੀਂ ਹੈ। ਸਮਾਂ ਆਇਆ, ਹੋਲਾ ਮਹੱਲਾ। ਹੋਲੇ ਦੇ ਅਰਥ ਸਮਝ ਲਿਓ। ਹੋਲੇ ਦਾ ਮਤਲਬ ਹੈ ਹਮਲਾ। ਇਹ ਅਰਬੀ ਫਾਰਸੀ ਦੇ ਬੋਲ ਨੇ, ਸਾਡੇ ਪੰਜਾਬੀ ਦੇ ਨਹੀਂ। ਹੋਲੇ ਦਾ ਮਤਲਬ ਹੈ ਹਮਲਾ, ਮਹੱਲੇ ਦਾ ਮਤਲਬ ਹੈ ਜਾਏ ਹਮਲਾ।
ਧਿਆਨ ਦਿਓ, ਹੋਲੇ ਦਾ ਮਤਲਬ ਹਮਲਾ ਕਰ ਦਿੱਤਾ, ਮਹੱਲੇ ਦਾ ਮਤਲਬ ਹੈ ਇੱਕ ਜਗ੍ਹਾ ਮੁਕਰਰ ਕੀਤੀ ਜਾਂਦੀ ਸੀ, ਦੋ ਦਲ ਸਾਜੇ ਜਾਂਦੇ ਸੀ। ਜਦੋਂ ਜਗ੍ਹਾ ਮੁਕਰਰ ਹੁੰਦੀ ਸੀ, ਦੋ ਦਲ ਸਾਜੇ ਜਾਂਦੇ ਸੀ, ਮਹਾਰਾਜ ਹੁਕਮ ਕਰਦੇ ਸੀ ਵੀ ਇਹ ਜਿਹੜੀ ਜਗ੍ਹਾ ਹੈ ਦੋਵਾਂ ਦਲਾਂ ਨੇ ਯਤਨ ਕਰਕੇ ਮੁਸ਼ੱਕਤ ਘਾਲ ਕੇ ਤਲਵਾਰਬਾਜ਼ੀ ਨੇਜੇਬਾਜ਼ੀ ਤੀਰ ਚਲਾਉਂਦਿਆਂ ਹੋਇਆਂ ਮੱਲਣੀ ਹੈ, ਔਰ ਜਿਹੜਾ ਦੋਵਾਂ ਦਲਾਂ ਚੋਂ ਦੂਜੇ ਦਲ ਨੂੰ ਸ਼ਿਕਸਤ ਦੇ ਕੇ ਜਗ੍ਹਾ ਮੱਲੇਗਾ ਉਹ ਜੰਗ ਜਿੱਤਿਆ, ਉਸ ਨੂੰ ਦਰਬਾਰ ਦੇ ਵਿੱਚ ਸਿਰੋਂ ਪਾਉ ਦਿੱਤੇ ਜਾਣਗੇ।